बिस्मिल्लाहिर्रहमानिर्रहीम। अस्सलाम वालेकुम नाज़रीन, मैं हूं आपका मेज़बान वसी शाह और आप देख रहे हैं सियासी थिएटर। नाज़रीन गिरामी, हमारा सेगमेंट है तंदुरुस्ती हज़ार नेमत है और एक रिसर्च के मुताबिक लोग जब बीमार होते हैं और अगर वो अपने इलाज में ताख़ीर करें तो बीमारी इतनी नहीं बढ़ती जितनी उस ताख़ीर के दौरान नीम हकीमों के मशवरों पर अमल करने के बायस बढ़ जाती है। देखते हैं तुफैल बीमार की तरफ क्या हो रहा है, इसलिए कि सारी दुनिया की सुनते हैं, अगर नहीं सुनते तो डॉक्टर की नहीं सुनते, मुस्तनद डॉक्टर की नहीं सुनते। वो सारी दुनिया के पास जाते हैं इलाज के लिए, बहुत सारे पाकिस्तानियों की तरह नहीं जाते तो मुस्तनद डॉक्टर के पास नहीं जाते। देखते हैं तुफैल बीमार की तरफ क्या हो रहा है। डॉक्टर साहब डॉक्टर कहां से आ गया? मैं तुफैल इत्थे पिया जी। आप कौन है? भरा मेरा जी तुफैल दा पता लेना आया, बीमार हो गया जी। अल्लाह जानदा साइकिल चला के आया मैं तो पता लैन लत्तां ने काम करना छड़ता। ਉਹ ਦਵਾਈ ਖਦਾ ਦੀ ਪਰਸੋਂ ਮੇਰੇ ਵੱਡੇ ਮੁੰਡੇ ਨੇ ਕੰਮ ਛੱਡਿਆ, ਅੱਜ ਮੇਰੀਆਂ ਲੱਤਾਂ ਨੇ ਕੰਮ ਛੱਡਤਾ। शेखोपुरा तो लाहौर साइकिल चला के आए हो, लत्ता ने काम छड्डना ही सी के? ਇਹਦੇ ਖਾਨਦਾਨ ਚੋਂ ਬਿਮਾਰੀਆਂ ਲੱਗਦੀਆਂ ਭਰਾਵਾ। ਸੱਚਾਂ ਤੂੰ? ਮੇਰੇ ਘਰ ਜਿਹੜਾ ਬੰਦਾ ਆਉਂਦਾ, ਮੇਰਾ ਰਿਸ਼ਤੇਦਾਰ ਆਉਂਦਾ, ਬਿਮਾਰ ਹੋ ਕੇ ਜਾਂਦਾ। ਸੱਚਾਂ ਤੂੰ? ਸ਼ਾਹ ਜੀ ਸਾਡੀ ਗਲੀ 'ਚ ਕੋਈ ਮੰਗਣ ਵਾਲਾ ਨਹੀਂ ਹੁੰਦਾ। ਕਿਉਂ? ਉਹ ਕਹਿੰਦੇ ਬਿਮਾਰੀ ਤੋਂ ਬਿਹਤਰ ਹੈ ਭੁੱਖੇ ਮਰ ਜਾਓ। ਸ਼ਾਹ ਜੀ ਯਕੀਨ ਕਰੋ, ਲੋਕਾਂ ਦੇ ਮਹੱਲੇ 'ਚ ਖਾਨਦਾਨ ਦੇ ਵਿੱਚ ਕੋਈ ਪਾਣੀ ਦਾ ਮੀਟਰ ਚੈੱਕ ਕਰਨ ਜਾਂਦਾ, ਕੋਈ ਬਿਜਲੀ ਦਾ ਮੀਟਰ ਚੈੱਕ ਕਰਨ ਜਾਂਦਾ, ਕੋਈ ਸੂਈ ਗੈਸ ਦਾ ਮੀਟਰ ਚੈੱਕ ਕਰਨ ਜਾਂਦਾ। ਇਹਨਾਂ ਦੇ ਖਾਨਦਾਨ 'ਚ ਜਦੋਂ ਕੋਈ ਬੰਦਾ ਜਾਂਦਾ ਜਾਂ ਅੱਖਾਂ ਚੈੱਕ ਕਰਨ ਜਾਂਦਾ ਜਾਂ ਖੂਨ ਚੈੱਕ ਕਰਨ ਜਾਂਦਾ। ਗੁਲਾਮ ਕਾਦਰਾ। ਹਾਂ ਭਰਾਵਾ। ਆ ਕੁੜੀਏ जी ताया जी। ਬਾਹ ਫੜ ਕੇ ਮੈਨੂੰ ਪਾਰ ਲੰਘਾ ਦੇ। ਓਏ ਮੈਂ ਜਿੱਦਣ ਤੁਫੈਲ ਦਾ ਰਿਸ਼ਤਾ ਵੇਖਣ ਗਿਆ ਇਸ ਕੁੜੀ ਦਾ, ਮੈਂ ਤੈਨੂੰ ਉਦੋਂ ਵੇਖਦੇ ਕਹਿਤਾ ਸੀ ਇਹ ਕੁੜੀ ਹੈ ਹੀ ਬਿਮਾਰੀਆਂ ਵਾਲੀ ਆ। ਕਾਦੀ ਬਿਮਾਰੀਆਂ ਵਾਲੀ ਕੁੜੀ? ਬਿਮਾਰੀਆਂ ਦੀ ਪੰਡ ਤੇ ਤੁਹਾਡਾ ਮੁੰਡਾ ਹੈਗਾ ਸੀ, ਸਾਰੀ ਦੁਨੀਆ ਦੀ ਬਿਮਾਰੀਆਂ ਉਹਨੂੰ ਲੱਗੀਆਂ ਨੇ। ਮੇਰਾ ਘੁੰਡ ਚੁੱਕਿਆ ਪਾਇਨ ਪਹਿਲੇ ਹੀ ਦਿਨ, ਇਹ ਘੁੰਡ ਚੁੱਕਿਆ ਤੇ ਨਾਲ ਹੀ ਬੇਹੋਸ਼ ਹੋ ਗਿਆ। ਮੈਂ ਕਿਹਾ ਹੋਰੇ ਮੇਰੇ ਹੁਸਨ ਦੀ ਤਾਪ ਨਹੀਂ ਲਿਆ ਸਕਿਆ ਤੇ ਤਾਂ ਕਰਕੇ ਬੇਹੋਸ਼ ਹੋ ਗਿਆ। ਲੈ ਹੁਸਨ ਏਡੀ ਤੂੰ ਹੁਸਨ ਭਰੀ। ਉਹ ਤੇ ਮੈਨੂੰ ਬਾਅਦ ਚ ਪਤਾ ਚੱਲਿਆ ਸ਼ੂਗਰ ਦਾ ਮਰੀਜ਼ ਹੈਗਾ ਸੀ, ਭੁੱਖ ਨਾਲ ਬੇਹੋਸ਼ ਹੋ ਗਿਆ ਸੀ। ਤੇ ਤੁਸੀਂ ਵਿਆਹ ਤੇ ਰੋਟੀ ਖਾਣੀ ਸੀ ਨਾ, 7 ਬਰਾਤਾਂ ਮੰਗਾਈਆਂ ਸੀ, ਰੋਟੀ ਇੱਕ ਦੀ ਪਕਾਈ ਸੀ। ਤੁਸੀਂ ਕਿਹਾ ਸੀ ਸਾਦਗੀ ਨਾਲ ਵਿਆਹ ਕਰਨਾ ਹੈ। ਇੰਨੀ ਸਾਦਗੀ ਵੀ ਸ਼ੋਰੇ ਚੋਂ ਟਾਲੀਆਂ ਨਜ਼ਰ ਆਉਂਦੀਆਂ ਸਨ। ਨਾਲੇ ਤੈਨੂੰ ਯਾਦ ਹੈ ਭਰਾਵਾ? ਓਏ ਗੁਲਾਮ ਕਾਦਰਾ, ਓਏ ਹੱਥ ਨਾ ਲਾ, ਓ ਮੇਰਾ ਸਿਰ ਤੇ ਫੋੜੇ ਵਾਂਗੂ ਦੁਖਦਾ, ਫੋੜੇ ਵਾਂਗੂ। ਓ ਕਿਹੜੀ ਬਲੂਸ ਮੰਜੀ ਤੇ ਪਾਤਾ ਓਏ, ਓ ਮੇਰੀਆਂ ਲੱਤਾਂ ਨੇ ਕੰਮ ਛੱਡਤਾ। ਨਾਲੇ ਭਰਾਵਾ ਅਸੀਂ ਤੇ ਆਪਣੇ ਮੁੰਡੇ ਤੁਫੈਲ ਲਈ ਕੋਈ ਹੋਰ ਕੁੜੀ ਪਸੰਦ ਕੀਤੀ ਸੀ, ਸਾਨੂੰ ਇਹ ਦੇਤੀ ਬਿਮਾਰੀਆਂ ਦੀ ਜੜ। ਹਾਏ ਹਾਏ, ਕਿਹੜੀ ਕੁੜੀ ਪਸੰਦ ਕੀਤੀ ਸੀ? 7 ਭਰਾ ਨੇ ਮੇਰੇ ਤੇ ਮੈਂ ਕੱਲੀ ਭੈਣ ਸੀ, ਮੇਰੇ ਘਰ ਕਿਹੜੀ ਕੁੜੀ ਪਸੰਦ ਕਰ ਲਈ ਸੀ ਭਲਾ? ਅੱਛਾ 7 ਭਰਾ, ਉਹ ਫਿਰ ਛੋਟਾ ਬਿੱਲੀਆਂ ਖਾਂ ਲਾ ਤੇਰਾ ਭਰਾ ਹੋਣਾ ਸੀ, ਉਹਨੂੰ ਪਸੰਦ ਕਰ ਜਾਂਦਾ। ਆ ਕੁੜੀਏ ਜੀ ਤਾਇਆ ਅੱਜ ਤਾਂ ਤੂੰ ਮੇਰੇ ਵੱਡੇ ਭਰਾ ਦੇ ਸਾਹਮਣੇ ਹੱਥ ਚਲਾ ਰਿਹਾ ਏਦਾਂ ਕਰਕੇ। ਜੇ ਮੇਰੀ ਲੱਤ ਕੰਮ ਕਰਦੀ ਹੁੰਦੀ ਮੈਂ ਤੈਨੂੰ ਲੱਤ ਮਾਰਨੀ ਸੀ। ਆ ਮੇਰੇ ਕੋਸਾ ਕਰਦੇ, ਮੇਰੇ ਕੋਸਾ ਉਹ ਕਰਦੇ। ਕਿਵੇਂ ਕੋਸਾ ਕਰਾਂ ਤੈਨੂੰ? ਹੁੱਕੇ ਦੀ ਚਲੋ ਮੇਰੇ ਨਾਲ ਪਾ ਦੇ। ਸੜ ਜਾਣਾ ਫਿਰ ਤੇ ਕੋਸਾ ਨਹੀਂ ਹੋਣਾ, ਹੋਰ ਨਵੀਂ ਬਿਮਾਰੀ ਲਵਾ ਲੇਗਾ। ਲੱਤ ਮਾਰਦੇ ਆ, ਮੇਰਾ ਮੀਆਂ ਘਰ नहीं ना है, हुण मैनू लत्ता ही मारोगे। अच्छा, मुझे एक बात समझ नहीं आती, आपके घर में जो भी बीमार होता है आप लोग उसे डॉक्टर के पास क्यों नहीं लेके जाते? हाय मैं मर गई, ले कर लो गल डॉक्टर कोल। सारी जिंदगी मेरा मियां डॉक्टर कोल गया नहीं ते मैं ताया जी नू लेके अपना मुंह काला करा ला भला। ओ कुड़िए मुंह काला ना कराई, मेरियां पहले लत्तां काम नहीं करदियां। आ रहे ने नंबरदार साहब, बाजी भी आ रहे ने, हो जाएगा इलाज ताया जी। वो क्या इलाज करेंगे? वो डॉक्टर है। ਤੇ ਡਾਕਟਰ ਵੀ ਅੱਜ ਕੱਲ ਰਿਪੋਰਟਾਂ ਹੀ ਕਰਾਈ ਜਾਂਦੇ ਨੇ, ਇਲਾਜ ਉਹ ਵੀ ਨਹੀਂ ਕਰਦੇ। वो तो तशखीस के लिए टेस्ट कराना जरूरी होता है, अच्छी बात है, इसमें क्या बुराई है? ਇਹਦੀ ਲੱਤ ਵੱਟ ਕੇ ਸ਼ਹਿਰ ਭੇਜਣ ਲੱਗੇ, ਦੇਖੋ ਕੀ ਰਿਪੋर्ट ਹੁੰਦੀ ਹੋ। ਵੱਟ ਤੇ ਮੈਂ ਕਿਹੜਾ ਰੌਲਾ ਰੱਪਾ ਪਾਣਾ, ਪਹਿਲੇ ਸੁਣ ਹੋਈਆਂ। ਹਾਏ ਮੈਂ ਮਰ ਗਈ, ਮੈਂ ਕਿੱਥੇ ਚਲੀ ਜਾਵਾਂ? ਪਹਿਲੇ ਮੇਰੇ ਭਰਾ ਨੂੰ ਬਿਮਾਰ ਕਰਤਾ, ਹੁਣ ਮੇਰੇ ਚਾਚੇ ਨੂੰ ਮੰਜੀ ਤੇ ਪਾਤੇ, ਨਿੱਕੀ ਚਾਨੀਏ ਮਨੂਸੇ। ਉਹ ਕੀ ਕੀਤਾ ਜੇ ਹੁਣ ਚਾਚੇ ਨੂੰ? ਪਤਾ ਲੈਣ ਆਏ ਸੀ ਤੁਫੈਲ ਦਾ, ਬਸ ਸਾਹ ਬੰਦ ਹੁੰਦਾ। ਸਾਹ ਬੰਦ ਹੁੰਦਾ ਤੈਨੂੰ ਦਫਨਾ ਕੇ ਉਹ ਇੱਥੇ ਪਾਇਆ। ਓਏ ਮੇਰੀਆਂ ਕਾਲੀਆਂ ਤੇ ਲਾਂਤਾਂ ਓਏ। ਉਹ ਚਾਚਾ ਕੀ ਹੋਇਆ? ਐਸੀ ਮਨੂਸੇ ਉਹ ਕਾਕੀ ਇੱਥੇ ਇੰਨੀ ਜਗ੍ਹਾ ਨਹੀਂ। ਚਾਚੇ ਜੀ ਜਦੋਂ ਦੀ ਵਿਆਹ ਕੇ ਆਈਏ ਪਤਾ ਨਹੀਂ ਕਿਹੋ ਜਿਹੀਆਂ ਜੇਸ ਚ ਮਨੂਸ ਮੰਜੀਆਂ ਲੈ ਕੇ ਆਈਏ, ਜਿਹੜਾ ਪੈਂਦਾ ਉਹੀ ਮੰਜੀ ਤੇ ਲੰਮਾ ਹੋ ਜਾਂਦਾ। ਉਹ ਹੁਣ ਇਹਨੂੰ ਹੋਇਆ ਕੀ, ਕੋਈ ਦੱਸੋ? ਮਰੋਗੇ? ਲੱਤਾਂ ਨਹੀਂ ਕੰਮ ਕਰਦੀਆਂ।
ਤੇ ਚੱਲ ਕਿਹੜੀ ਗੱਲ ਏ, ਇਹਨੇ ਕਿਹੜਾ ਫੁੱਟਬਾਲ ਖੇਡਣਾ। ਕੋਈ ਇਲਾਜ ਦੱਸੋ ਨਾ। ਇਲਾਜ ਮੇਰੇ ਕੋਲ ਬੜੇ। ਇਲਾਜ ਅੱਲਾ ਮਾਫ करे ਸਾਡੇ ਕੋਲੋਂ ਭੁੱਲੇ। हाँ सही गल है। ਹੁਣੇ ਉੱਠ ਕੇ किसी डॉक्टर को दिखाएं, एक डॉक्टर को। मिनट इलाज हो जाने दियो। ਅੱਛਾ ਜੀ, ਆ ਵੇਖੋ ਖੁਦਾ ਦਾ ਨਾਂ ਜੇ, ਤੁਸੀਂ ਡਾਕਟਰਾਂ ਮਗਰ ਲੱਗੇ ਹੋ। ਸਾਡੇ ਕੋਲ ਤਾਂ 2 ਫਟ ਇਲਾਜ ਹੁੰਦਾ। ਭਾਈ आपके करो। पास क्या इलाज है? 1 ਮਿੰਟ वो आदमी कह रहा है मेरी टांगें सुन हो गई है, हरकत नहीं कर रही है, एक सीरियस मसला है, किसी डॉक्टर के पास लेकर जाएं। ਬਹੁਤ ਅੱਛੇ ਡਾਕਟਰ। ਸਾਡੇ ਤੋਂ ਵੱਡਾ ਕਿਹੜਾ ਡਾਕਟਰ ਸ਼ਾਹ ਜੀ? ਕੋਈ ਵੀ ਨਹੀਂ। 1 ਮਿੰਟ ਦੇ ਵਿੱਚ ਇਲਾਜ ਕਰਾਂਗਾ ਜੀ। क्या इलाज है आपके पास? ਹਾਂਜੀ, ਇਹ ਤੁਹਾਡੇ ਸਾਹਮਣੇ ਹੋਣ ਲੱਗਾ। ਕਿੱਥੋਂ ਤੱਕ ਲੱਤਾਂ ਕੰਮ ਨਹੀਂ ਕਰਨ ਇਹ ਗੋਡੇ ਤਿਕਰ ਪੈ ਨੇ। ਆ ਤੇ ਗੋਡਿਆਂ ਤੋਂ ਉਹਨਾਂ ਲੱਤਾਂ ਲਾ ਦੇਣੇ। खुदा के खौफ। ਇੱਕ ਮਿੰਟ ਭਾਈ ਠਹਿਰ ਜਾਓ, ਹੋ ਜਾਣ। ਬਿਮਾਰੀ ਵੱਧ ਗਈ, ਤਾਇਆ ਮਰ ਗਿਆ, ਤੁਸੀਂ ਕੀ ਕਰਨਾ ਹੈ? ਭਾਵੇਂ ਤੁਸੀਂ ਇਲਾਜ ਕਰੋ। ਓਏ ਉਮਰ ਕਿੰਨੀ ਤਾਏ ਦੀ? 72 ਸਾਲ। ਤੇ ਹੁਣ ਇਹਨੇ ਗੋਡਿਆਂ ਦਾ ਕਰਨਾ ਕੀ ਹੈ? ਹਾਏ ਸ਼ਾਬਾਸ਼ ਭਾਈ, ਇਸ ਕਈ ਨਾ ਤੂੰ ਪਿਓ ਦੀ ਕਬਰ ਨਹੀਂ ਕੱਢੀ, ਚਾਚੇ ਦੀਆਂ ਲੱਤਾਂ ਵੱਢਣ ਆ ਗਿਆ। ਹਾਏ ਚਾਚਾ ਜੀ ਕੀ ਹੋ ਗਿਆ? ਜਵਾਈ ਨੂੰ ਗੱਲਾਂ ਪੇ ਕਰਦੇ ਹੋ ਤੁਸੀਂ। ਉਹ ਜਵਾਈ ਦਾ ਮੂੰਹ ਤੇ ਵੇਖ, ਬੇਵਾ ਦੀਆਂ ਤਨਖਾਹਾਂ ਖਾਣ ਵਾਲਾ ਬਣ ਕੇ ਫਿਰਨ ਡਿਆ। ਅਰੇ ਮੈਂ ਮਰ ਗਈ। ਜਿਸ ਘਰ 'ਚ ਮੇਰੇ ਬੰਦੇ ਦੀ ਇੱਜ਼ਤ ਨਹੀਂ, ਮੈਂ ਉਸ ਘਰ 'ਚ ਰਹਿਣਾ ਹੀ ਨਹੀਂ ਹੈ। ਬਿਲਕੁਲ। ਬਿਮਾਰ ਤੁਸੀਂ। ਬਿਲਕੁਲ ਵਿਖਾਓ ਤੁਸੀਂ ਇਹਨੂੰ ਇੰਗਲਿਸ਼ ਡਾਕਟਰ ਉਹ ਨੂੰ। ਤੇਰਾ ਬੇੜਾ ਫਰਜ਼। ਇੰਗਲਿਸ਼ ਡਾਕਟਰ ਨੂੰ ਵਿਖਾਓ ਇਹਨੂੰ। ਉਹ ਤੇਰੇ ਤੇ ਲਾਨਤ ਕਾਲੇ ਮੂੰਹ ਵਾਲਿਆ। ਮੈਂ ਕਿਹਾ ਬਾਜੀ ਚਾਹ ਪੀ ਕੇ ਜਾਂਦੇ। ਪਿੱਛੇ ਰੋੜ ਦੇ ਉਹਨਾਂ ਦੇ। ਗੁਲਾਮ ਕਾਦਰਾ, ਹਾਂ ਭਰਾਵਾ, ਉਹ ਪਿੱਛੇ ਤਲਾ ਕਰਦੇ ਆ, ਪਿੱਛੇ ਤਲਾ ਕਰਦੇ। ਪਿੱਛੇ ਤੇ ਸਾਰੇ ਮਰ ਗਏ ਨੇ, ਤੂੰ ਕੱਲਾ ਹੀ ਬਚਿਆ ਸੀ। ਇੱਥੇ ਆ ਗਿਆ, ਤਲਾਕ ਇਹਨੂੰ ਕਰਾਂ। ਉਹ ਜਿਹੜੇ ਮਰ ਗਏ ਉਹਨਾਂ ਨੂੰ ਤਲਾਕ ਕਰਦੇ, ਮੈਂ ਆ ਰਿਹਾ। हाय ना, मेरा कजन तुफैल कहाँ पे है? लो आ गई जे मतीरा दी शागिर्द। मेरे कजन तुफैल के चाचा को क्या हुआ है? तुफैल ना तो तेरी अंदरों कोई नाड़ खिंची जाती। तुफैल से जुड़े किसी भी शख्स का दर्द मैं नहीं बर्दाश्त कर सकती। ले तुफैल से जुड़े। तुफैल दा कुत्ता इत्थे फुड़क के मर गया, तू ओदा पता लैण नहीं आई। ओ माय गॉड, तुफैल का टॉमी मर गया क्या? आहो बाजी जी, जेड़े तवीज तुसी तुफैल ले ले आए सी ना, वो टॉमी ने पीते जगह ते मर गया। हाय अल्लाह, वो मोहब्बत के तावीज टॉमी को पिला दिए। मोहब्बत की तवीज? ऐसे ली टॉमी मरण तो पहले आओ आओ नहीं कर रहे सी। आई लव यू कह के जगह ते मर गया। उठ, अब बेड़ा करके हो जाए। निकल इत्थों, चल निकल इत्थों। एक मिनट, मैं इनके लिए स्पेशल ये पानी दम करवा के लाई हूँ, ये बिल्कुल ठीक हो जाएंगे। चल तू क्यों बगाना इन्हें ताया मार पिलाए तो तू सही। चल निकल, मैं नहीं चाहिए। चल तवीज लेके जा, चल मेरी भैन अम्मी तेरी बुला रही, चल। बेड़े करक हो जान। ए वेख लो ताया जी, ए वेख लो अपने बच्चे दे करतूत, ਉਹ ਤਵੀਜ਼ मोहब्बत दे। ਉਹ ਮੇਰਾ ਦਿਲ ਗੁਟਕੂ ਗੁਟਕੂ ਕਰਨਾ ਪਿਆ। ਲੱਤਾਂ 'ਚ ਵੀ ਜੁੰਬਸ਼ ਹੋਈ ਹਲਕੀ। ਹੁੰਦੀ ਮਰਨ ਤੋਂ ਪਹਿਲੇ। आजा भी आजा, पता लग गया। बिस्मिल्लाह नंबरदार साहब। कोई नहीं, मैं उतरता ही नहीं है। खुदा के लिए अब इनसे इलाज न कराइएगा अपने ताया जी का। आपके शौहर को मौत के करीब अगर पहुंचाया ना किसी शख्स ने, तो वो ये आदमी है। बहुत अच्छे भाई, तेरा किसी मेले मूले ते आ खोखा जा नहीं चलता, उथे चुक के ले जा वीर। यार खुदा का खौफ करें, अल्सर के मर्ज में आपको याद है इसने मिर्चें खिलवा दी थी उन्हें। वो तो बात तो फैल ठीक भी तो हो गया सी। हाँ, 5 मिनट बाद अल्सर निकल के बाहर बैठा होया सी। ਉਹ ਜੁੰਬਸ਼ ਸ਼ੁਰੂ ਹੋਈ ਹਲਕੀ ਹਲਕੀ। की होया की है? ਲੱਤਾਂ 'ਚ ਜੁੰਬਸ਼ ਹੋ ਰਹੀ ਹਲਕੀ ਹਲਕੀ। ਲੱਤਾਂ ਕੰਮ ਨਹੀਂ ਕਰਦੀਆਂ ਤੇ ਨਾ ਰਹਿਣ ਤੇ ਤੂੰ ਕਿਹੜਾ ਫਾਸਟ ਬੋਲਰ ਆ? डॉक्टर को दिखाएं, डॉक्टर को। ਉਹ ਮੈਂ ਕਿਸੇ ਡਾਕਟਰ ਨਾਲ ਘਾਟਾ, ਤੁਸੀਂ ਕੀ ਗੱਲ ਕਰਦੇ ਆ? ਲੰਬੜਦਾਰੀ 20 ਸਾਲ ਕੀਤੀ ਹਿਕਮਤ ਦੇ ਜ਼ੋਰ ਤੇ। ਉਹ ਮੈਂ ਕੋਈ ਮਾੜਾ ਜਿਹਾ ਬੰਦਾ ਨਹੀਂ। ਅੱਛਾ ਚਾਚਾ ਜੀ, ਗੱਲ ਹੈਗੀ ਆ ਇਹ ਵੀ ਤੁਹਾਨੂੰ ਮੇਨ ਬਿਮਾਰੀ ਕੀ ਹੈ, ਮੈਨੂੰ ਉਹ ਦੱਸੋ ਤੁਸੀਂ। ਮੇਨ ਬਿਮਾਰੀ ਹੈ ਇਹਨਾਂ ਦੀਆਂ ਲੱਤਾਂ ਕੰਮ ਕਰਨੀਆਂ ਛੱਡ ਗਈਆਂ ਨੇ। ਮਾਸੀ ਸ਼ਰੀਫਾਂ ਵਾਲੀ ਬਿਮਾਰੀ। ਮਾਸੀ ਸ਼ਰੀਫਾਂ ਦੀਆਂ ਲੱਤਾਂ ਵੀ ਕੰਮ ਨਹੀਂ ਸੀ ਕਰਦੀਆਂ। ਜਿਹਦੇ 4 ਵਿਆਹ ਸੀ। ਹਾਂ, 5ਵਾਂ ਕਰਨ ਦੇ ਚੱਕਰ ਚੋਂ ਫੜੀ ਗਈ ਸੀ। ਉਦੋਂ ਦੀ ਠੀਕ ਹੋਈ ਹੈ, ਲੱਤਾਂ ਉਹਦੀਆਂ ਅੱਜ ਵੀ ਕੰਮ ਕਰਦੀਆਂ ਨੇ। ਕਹਿਣ ਦਾ ਮਤਲਬ ਇਹ ਆ ਵੀ ਇਹਦੀ ਬਿਮਾਰੀ ਦਾ ਇਲਾਜ ਮੇਰੇ ਕੋਲ ਆ। ਸ਼ੁਕਰ ਹੈ। ਇੱਧਰ ਲਿਆ ਪੁੱਤਰ। ਅਨਾਰ ਲੈ ਕੇ ਆਇਓ। ਉਹ ਨਹੀਂ, ਆ ਬਿੱਲੀ ਨੇ ਬੱਚੇ ਦਿੱਤੇ ਸੀ, ਮੈਂ ਕਿਹਾ ਪਿੰਡ 'ਚ ਇੱਕ ਵੰਡ ਦਈਏ। ਇਹ ਵੀ ਸਵਾਦ ਹੀ ਹੁੰਦੀ ਆ। ਵੈਸੇ ਵੀ ਪਰਸ਼ੀਅਨ ਆ, ਪਰਸ਼ੀਅਨ। ਇੱਥੇ ਕੋਲ ਰੱਖੀ ਪੁੱਤਰ, ਇਹ ਐਵੇਂ ਹੀ ਵੰਡਣ ਵਾਲੇ ਨਹੀਂ। ਚਾਚੇ ਹੁਣਾਂ ਦੀਆਂ ਲੱਤਾਂ ਨੇ ਕੰਮ ਛੱਡ ਦਿੱਤਾ। ਕੰਮ ਛੱਡਤਾ। ਗੋਡਿਆਂ 'ਚ ਆਵਾਜ਼ਾਂ ਆਉਂਦੀਆਂ। ਆਹੋ ਆਂਦੀਆਂ ਨੇ। ਕਿਹੋ ਜੀਆਂ? ਚੀ ਚੀ ਦੀਆਂ ਆਵਾਜ਼ਾਂ। ਓਏ ਹੋਏ, ਇਹ ਤਾਂ ਗੋਡੇ ਵਾਵਾ ਹੰਡੇ ਲੱਗਦੇ। ਕਿਉਂ ਜੀ, ਇਹਨਾਂ ਦਾ ਇਲਾਜ ਮੇਰੇ ਕੋਲ ਆ। ਸ਼ੁਕਰ ਹੈ। ਤੁਸੀਂ ਕੁਆਰ ਗੰਦਲ ਦਾ ਇੱਕ ਐਡਾ ਕੁ ਬੂਟਾ ਜਿਹਾ ਲੈਣਾ, ਉਹ ਪੱਤਾ ਜਿਹਾ ਹੁੰਦਾ, ਹਾਂਜੀ, ਉਹਨੂੰ ਹਾਂਜੀ। ਨਿਚੋੜ ਲੈਣਾ ਚੰਗੀ ਤਰ੍ਹਾਂ। ਠੀਕ ਉਹ ਬੜਾ ਕੌੜਾ ਹੁੰਦਾ। ਠੀਕ। ਉਤੋਂ ਮੱਖੀਆਂ ਹੁੰਦੀਆਂ ਸ਼ਹਿਦ ਦੀਆਂ, ਉਹਨਾਂ ਨੂੰ ਵਿੱਚੋਂ ਉਡਾ ਕੇ ਉਹਨਾਂ ਦਾ ਘਰ ਖਾਲੀ ਕਰਕੇ ਉਹ ਵਿੱਚ ਰਗੜਨਾ। ਇਹ ਵਿੱਚ ਪਾਉਣੀਆਂ ਹਰੀਆਂ ਮਿਰਚਾਂ, ਹਰੀਆਂ ਮਿਰਚਾਂ। ਉਹਦੇ ਨਾਲ ਨਿੰਮ ਦੇ ਪੱਤੇ ਰਗੜ ਕੇ ਹਰਲ ਕਰਨੇ, ਨਾਲ ਕੁਰਲ ਕਰਨੇ ਨੇ। ਠੀਕ ਹੈ। ਵਿੱਚ ਲਾਲ ਮਿਰਚਾਂ ਇੰਨੀਆਂ ਕਿ ਮਿਲ ਜਾਣ ਉਹ ਸੁੱਟਣੀਆਂ ਨੇ। ਲਾਲ ਮਿਰਚ। ਇਹਨਾਂ ਸਾਰਿਆਂ ਨੂੰ ਰਗੜ ਕੇ
ਤੇ ਲੱਤਾਂ ਤੇ ਐਡੇ ਐਡੇ ਟੱਕ ਲਾਉਣੇ ਨੇ ਟੱਕ ਲਾ ਕੇ ਉੱਤੇ ਲਾਉਣੀਆਂ ਤੁਸੀਂ ਮਿਰਚਾਂ ਉਹ ਮਿਰਚਾਂ ਨੇ ਜਦੋਂ ਸਾੜ ਪਾਉਣਾ ਇਹਨਾਂ ਦੀਆਂ ਲੱਤਾਂ ਨੇ ਛੀ ਛੀ ਕਰਦਿਆਂ ਕੰਮ ਸ਼ੁਰੂ ਕਰ ਦੇਣਾ ਤੇ ਜੇ ਫੇਰ ਵੀ ਠੀਕ ਨਾ ਹੋਵੇ ਕਾਲੀਆਂ 7 ਮਿਰਚਾਂ ਲੈਣੀਆਂ ਨੇ 7 ਮਿਰਚਾਂ ਤਵੇ ਤੇ ਸਾੜ ਕੇ ਉਹਨਾਂ ਨੂੰ ਕਰਲ ਕਰਨਾ ਫਿਰ ਖੁਰਲ ਕਰਨਾ ਫਿਰ ਉਰਲ ਕਰਨਾ ਫਿਰ ਤਲੀ ਤੇ ਪਾਉਣਾ ਫੱਕਾ ਨਹੀਂ ਮਾਰਨਾ ਥੱਲੋਂ ਹੱਥ ਮਾਰਨਾ ਇਹਦੀ ਲਓ ਜੀ ਮਿਰਚਾਂ ਅੰਦਰ ਇਹਨਾਂ ਦੇ ਗੋਡੇ ਇੱਥੋਂ ਵੀ ਬਾਹਰ ਜਾਂਦੇ ਰਹਿਣਾ ਜੀ ਆ ਪਿਆ ਜੇ ਇਲਾਜ ਕਰੋ ਜਾਂ ਨਾ ਕਰੋ ਤੁਹਾਡੀ ਮਰਜ਼ੀ ਆ ਜਾਂ ਪੁੱਤਰ ਬਿੱਲੀ ਦੇ ਬੱਚੇ ਵੰਡ ਆਈਏ ਗੁਲਾਬ ਕਾਦਰਾ ਹਾਂ ਭਰਾਵਾ ਇਹ ਲੱਤਾਂ ਠੀਕ ਕਰਾਉਣ ਲੱਗਾ ਜਾਂ ਮੇਰੀ ਲੱਤਾਂ ਪਕਵਾਉਣ ਲੱਗਾ ਉਹੀ ਘਰ ਤੇ ਦੂਜਾ ਬਿਮਾਰ ਹੈ ਕੀ ਗੱਲ ਹੈ ਤੁਸੀਂ ਬਿਮਾਰਾਂ ਦੀ ਸ਼ਫਲਿੰਗ ਕਰਦੇ ਰਹਿੰਦੇ ਹੋ ਆਪਣੇ ਘਰ ਦੇ ਵਿੱਚ ਇਹ ਨਾਰੀਏ ਕਿਉਂ ਨਹੀਂ ਇਹਦੀਆਂ ਲੱਤਾਂ ਕੰਮ ਕਰਦੀਆਂ ਸਾਰਾ ਮੱਲਾ ਇਹਨੂੰ ਇਮਦਾਦ ਦਿੰਦਾ ਹੈ ਫਿਰ ਕਹਿੰਦਾ ਮੇਰੀਆਂ ਲੱਤਾਂ ਕੰਮ ਨਹੀਂ ਕਰਦੀਆਂ ਜਿੰਨੇ ਨਹੀਂ ਵੀ ਜ਼ਕਾਤ ਦੇਣੀ ਹੁੰਦੀ ਉਹ ਵੀ ਇਹਨੂੰ ਦੇ ਜਾਂਦਾ ਤੇ ਫਿਰ ਇਹਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਤੇਰੀਆਂ ਲੱਤਾਂ ਨੇ ਕਿ ਸਰਕਾਰੀ ਅਫਸਰ ਨੇ ਜਿਹੜੇ ਤਨਖਾਹ ਵੀ ਲੈਂਦੇ ਨੇ ਤੇ ਕੰਮ ਨਹੀਂ ਕਰਦੇ ਹੈ ਆਪਣਾ ਗੁਲਾਮ ਕਾਦਰਾ ਹਾਂ ਭਰਾਵਾ ਇਹ ਪੂਰਾ ਪਿੰਡ ਮੇਰਾ ਪਤਾ ਲੈਣ ਆਣ ਡਿਆ ਮੇਰੀ ਲੱਤਾਂ ਦੀ ਬ੍ਰੇਕਿੰਗ ਨਿਊਜ਼ ਚੱਲ ਗਈ ਹੈ ਇਹ ਬ੍ਰੇਕਿੰਗ ਨਿਊਜ਼ ਬਾਬਿਆਂ ਤੱਕ ਫਟਾਫਟ ਪਹੁੰਚ ਜਾਂਦੀ ਹੈ ਬੇਵਕੂਫਾ ਜੋਗੀ ਸਾਧੂ ਸੰਤ ਫਕੀਰ ਤੇਰੀ ਬਿਮਾਰੀ ਦਾ ਇਲਾਜ ਕਰਨ ਹੀ ਆਏ ਨੇ ਜੇ ਜੋਗੀ ਸਾਧੂ ਸੰਤ ਫਕੀਰ ਆਪਣਾ ਮੰਤਰ ਪੜ੍ਹ ਕੇ ਤੇਰੀ ਬਿਮਾਰੀ ਦਾ ਇਲਾਜ ਕਰ ਦੇਣ ਤੇ ਮੰਨੇ ਜੋਗੀ ਆ ਤੇਰਾ ਹੀ ਕਮਾਲ ਹੈ ਸ਼ੁਕਰ डॉक्टर को क्यों नहीं दिखाती आप? ਵੈਸੇ ਮੈਨੂੰ ਤੁਹਾਡੇ ਤੇ ਵੀ ਅਫਸੋਸ ਹੈ ਮੁਰਸ਼ਦ ਕਿ ਤੁਹਾਡੇ ਹੁੰਦਿਆਂ ਇੱਕ ਬਿਮਾਰ ਸ਼ਫਾ ਯਾਬ ਨਹੀਂ ਹੋ ਸਕਿਆ ओ, मैं डॉक्टर हूं कोई। ਹਾਏ ਉਹ ਮੁਰਸ਼ਦ ਤੁਹਾਡਾ ਤੇ ਸ਼ੇਰ ਸੁਣ ਕੇ ਮੁਰਦਾ ਉੱਠ ਕੇ ਮਹਿਬੂਬ ਨੂੰ ਫੁੱਲ ਦੇਣ ਟੁਰ ਪੈਂਦਾ ਇਹਦੀਆਂ ਦਰਦੀਲੀਆਂ ਗਜ਼ਲਾਂ ਲਿਖ ਬੈਠੇ ਹੋ ਤੁਸੀਂ ਜ਼ਿੰਦਗੀ दिल का मामला नहीं है, टांगों का मामला है। ਇਹਦੀਆਂ ਟੰਗਾਂ ਦਾ ਮਾਮਲਾ ਨਹੀਂ ਇਹਦਾ ਸਾਰਾ ही मामला गड़बड़ है देख जोगी साधु संत फकीर एक मंत्र के बाद तेरी बीमारी को शफा में बदलने जा रहा है बच्चे ये चटपन चौड़ चपन चटपन तुम तड़ाक छू चड़ाक आ ये दागड़ा कड़न तखरियां बोतला सुचियां बोतला आ एक कुल सुन्नी बिन पूत पाल बिन तुरबत सुन्ना रमी के ब्रांड गान बिन छलजम पुन्ना तुरक तुटक दिन जंडे शाह भाई तुटक तुटक दिन जंडे शाह दा तिरकड़ दादा तिरकड़ आ ਤੇਰਾ ਬੇੜਾ ਕਰ ਕਿਤੇ ਐਵੇਂ ਹੁਣ ਮੇਰੀ ਖੱਬੀ ਬਾਂਹ ਨੇ ਵੀ ਕੰਮ ਛੱਡਤਾ कोई फर्क पे आई बुजुर्गा को फर्क पे आई ਪੈ ਗਿਆ ਹੁਣ ਇੱਕੋ ਹੱਥ ਕੰਮ ਕਰਦਾ ਤੇ ਜਦੋਂ ਤੇਰੇ ਦੋ ਹੱਥ ਕੰਮ ਕਰਦੇ ਸਨ ਉਦੋਂ ਤੂੰ ਕਿਹੜਾ ਮਿੱਟੀ ਦਾ ਘੜਾ ਬਣਾ ਲੈਂਦਾ ਸੀ ਤੂੰ ਉਸ ਘੜੇ 'ਚ ਡੁੱਬ ਕੇ ਮਰਨਾ ਸੋਹਣੀ ਦੇ ਮੁੰਡਿਆ हद हो गई है ये नलायका बेवकूफा पागला जोगी साधु संत फकीर ने बाबे पहुंचे बाबे ने अपने जादू टूने के साथ बड़ी बड़ी मुश्किलों के हल निकाले हैं शाह जी देख जोगी साधु संत फकीर इस पिटारी में से तेरी दवाई निकालने जा रहा है बच्चिया जिस नाल तेनू आराम आ जाएगा ये नारिये जी बाबा जी हर बीमार दे पैरों 'ਚ बैठी रहनी है की प्रॉब्लम है तेनू खिदमत कर रही है बाबा एडी खिदमत गुजारे ते बाबा भी बीमार हो जावे ਉਹਦਾ ਜੋਗੀਆ ਬਿਮਾਰ हां जी ਇੱਕੋ ਬੈੱਡ ਤੇ ਦੋਵੇਂ ਪੈ ਜੰਨੇ ਹਸਪਤਾਲਾਂ 'ਚ ਤੇ ਤਿੰਨ ਪਏ ਹੀ ਨੇ ਨਾ ਹਸਪਤਾਲਾਂ 'ਚ ਤੇ ਥੱਲੇ ਵੀ ਪਏ ਹੁੰਦੇ ਨੇ ਫਿਰ ਤੈਨੂੰ ਜ਼ਮੀਨ ਤੇ ਪਾ ਦਈਏ ਉਹ ਸਾਲਿਆ ਜਿਹੜਾ ਤੂੰ ਸੱਪ ਕੱਢਣਾ ਕੱਢ ਐਵੇਂ ਗੱਲਾਂ ਕਿਉਂ ਕਰੀ ਜਾਂਦਾ एक फिर जोगी साधु संत फकीर तुझे मूर्खा बाबियां दे नाल बदतमीजी ना कर बाबे तेनू साड़ के भस्म कर देणगे बाबा ये चटपन चौड़ चपन चटपन तुम तड़ाक शू चड़ाक आ ये दागड़ा कड़दिन खरियां बोतला सुचियां बोतला आ एक कुल सुन्नी बिन पूत पात बिन तुरबत सुन्ना रल मिल के सबरायण गायण बिच छलजम पुन्ना तुरक तुटक देनी जंडे शाह भाई तुटक तुटक देनी जंडे शाह दा तिरकड़ आ सब निकले आ जी नहीं जरा गौर नाल देखो जरा विच होके देखो जरा अंदर बढ़ के देखो ਦਿਖਾਈ ਮੈਨੂੰ ਤੂੰ ਤੇ ਇੰਜ ਲੱਗ ਰਿਹਾ ਕਿ ਜਿਵੇਂ ਖੀਰ ਵਾਲੇ ਭਾਂਡੇ 'ਚ ਮੂੰਹ ਮਾਰ ਰਹੇ ਹੈ ਨਹੀਂ ਨਿਕਲਿਆ ਜੋਗੀਆ ਆ ਮੈਨੂੰ ਦਿਖਾਈ ਜੋਗੀਆ ਉਹ ਬਜ਼ੁਰਗਾ ਜ਼ਰਾ ਹੋਰ ਦੇਖ ਜ਼ਰਾ ਇਹ ਤਾਂ ਤੇਰੀ ਫੁੱਫੀ ਦੀ ਤਲਾਕ ਵਿੱਚ ਪਈ ਹੈ नाज़रीन स्टे विद अस, कहीं नहीं जाइएगा। छोटे से वक्फे के बाद वापस आते हैं। प्रोग्राम के अगले मल्ले में आपके लिए बहुत कुछ है। आप देख रहे हैं सियासी थिएटर। वेलकम बैक नाज़रीन। प्रोग्राम में दोबारा हाजिर खिदमत है जी। इकरा साहिबा, क्या है नाज़रीन के लिए सेगमेंट में? जी शाह जी, हमारा बहुत ही इंटरेस्टिंग सेगमेंट है छुपे रुस्तम, और हम अपनी ऑडियंस को उसमें मौका देते हैं उनमें जो भी सलाहियत है वो उसका भरपूर मुजाहिरा सियासी थिएटर में करके दिखाएं। शाह जी, ਜਿਹੜਾ ਸੈਗਮੈਂਟ ਹੈ ਨਾ ਛੁਪੇ ਰੁਸਤਮ, ਇਹ ਤੇ ਨੈਬ ਦੇ ਆਫਿਸ 'ਚ ਬੜਾ ਹਿੱਟ ਹੈ। वो कैसे? ਉਹ ਜਿਹੜਾ ਬੰਦਾ ਫੜਦੇ ਨੇ ਉਹਨੂੰ ਕਹਿੰਦੇ ਤੇਰਾ ਤੇ ਸਾਨੂੰ ਪਤਾ ਹੀ ਨਹੀਂ ਸੀ, ਬੜਾ ਛੁਪਿਆ ਰੁਸਤਮ ਨਿਕਲਿਆ ਹੋਵੇ। जी मेरा नाम निदा खालिद है। ਮਾਸ਼ਾਅੱਲਾ ਬੇਟਾ, ਜੋ ਛੋਟੇ ਸਾਈਜ਼ ਦੀ ਥੋਮ ਦੀ ਧੁਰੀ ਲਵੇਟੀ ਉਹ ਬੱਚੀ ਕਿੱਡੀ ਪਿਆਰੀ ਹੈ। ਬਹੁਤ ਪਿਆਰੀ ਬੱਚੀ। ਸਾਰੇ ਸਕੂਲ ਵਾਲੇ ਪੈਸੇ ਇਕੱਠੇ ਕਰਕੇ ਨਾ ਮਹੀਨੇ ਦੇ ਐਂਡ ਤੇ ਫਿਰ ਇਸ ਬੱਚੀ ਨੂੰ ਬੋਤਲ ਲਵਾਉਂਦੇ ਨੇ। मैं गाना सुनाऊंगी। माशाल्लाह। कैसे जियोगी कैसे बता दे मुझको तेरे बिना
कैसे जीऊंगी कैसे बता दे मुझको कैसे जीऊंगी कैसे जीऊंगी कैसे रुखसाना ਉਹ ਤੇ ਵਿਚਾਰੀ ਉਂਝ ਗਾ ਰਹੀ, ਤੂੰ ਨੱਕ ਤੇ ਚੁੰਡੀ ਲਾਈ। ਜੀ ਸ਼ੀਸ਼ੇ ਅੱਗੇ ਖਲੋ ਕੇ ਤੇ ਆਪਣੀ ਸਿਹਤ ਵੇਖ ਕੇ ਗਾ ਰਹੀ ਹੁੰਦੀ ਹੈ, ਕੈਸੇ ਜੀਉਂਗੀ ਕੈਸੇ ਜੀਉਂਗੀ ਕੈਸੇ। ਜਿਵੇਂ ਤਾਂ ਹਰ ਸ਼ੀਸ਼ੇ ਅੱਗੇ ਖਲੋ ਕੇ ਕਹਿ ਰਿਹਾ ਹੁੰਦਾ ਮੇਰਾ ਮੂੰਹ ਵੀ ਕੰਮ ਕਰਦਾ, ਕੰਨ ਵੀ ਕਰਦੇ, ਮੈਂ ਆਪ ਕਿਉਂ ਨਹੀਂ ਕਰਦਾ। इनको दे दीजिए जो मूछों वाले साहब हैं। ਮੇਰਾ ਨਾਮ ਸੋਹਿਲ ਅਹਿਮਦ। और मैं मूछों से ट्रैक्टर खींचूंगा। ਸ਼ਾਹ ਜੀ ਇਹੋ ਜਿਹੇ ਬਦਮਾਸ਼ ਕੋਲੋਂ ਪੁੱਛੀਏ ਨਾ ਕਿ ਕੰਮ ਕੀ ਕਰਨਾ ਹੈ, ਮੰਗੀਦਾ ਹੈ। ਇਹੋ ਜਿਹੇ ਬੰਦੇ ਜਨਾਜ਼ੇ ਨੂੰ ਮੋਢਾ ਦੇਣ, ਜਿੱਥੇ ਥੱਕ ਜਾਣ ਉੱਥੇ ਮੰਜਾ ਥੱਲੇ ਸੁੱਟ ਦਿੰਦੇ, ਇਹਨੂੰ ਮੈਂ ਮਾਰਿਆ। जी बहारों फूल बरसाओ बंदा पूछे भैया मेरा महबूब आया है मेरा महबूब आया ਭਾਜੀ ਤੁਹਾਡੇ ਵਰਗਾ ਮਹਿਬੂਬ ਹੋਵੇ ਫੁੱਲ ਨਹੀਂ ਸੁੱਟਦੇ, ਅਗਲੇ ਦਰੀਆਂ ਵੀ ਇਕੱਠੀਆਂ ਕਰ ਲੈਂਦੇ ਨੇ। ਸ਼ਾਹ ਜੀ ਇਹੋ ਜਿਹੇ ਬੰਦੇ ਨੂੰ ਵੱਡੀਆਂ ਮੁੱਛਾਂ ਰੱਖ ਕੇ ਤੇ ਛੋਟੀਆਂ ਬੱਕਰੀਆਂ ਪਾਲੀਆਂ ਹੁੰਦੀਆਂ। तो को बकरियां कह रहा था हाँ बकरी। अच्छा जी, खातून कोई गाने के लिए। मेरा नाम सना है और मैं मलेशिया में रहती हूँ, ट्विन टावर के नीचे मेरा तंदूर है। और तंदूर बंद रहता है क्योंकि उसमें लेला गिर गया था। ते तुसी भी टाइम ना नहीं कढ़िया जो लेला सड़ गया उदों ही कढ़िया। मिले हो तुम हमको बड़े नसीबों से चुराया है मैंने किस्मत की लकीरों से मिले हो तुम हमको वाह वाह, हो जे कोई ना बड़ा पराठा के रखे ओनू कह रही हूं से चुराया है मैंने किस्मत की लकीरों। मेरा नाम एडवोकेट अली फैसल है। ਲਓ ਵੀ ਗੱਲ ਕੋਈ ਨਾ ਕਰੇ, ਨਹੀਂ ਤੇ ਤਰੀਖਾਂ ਭੁਗਤਣੀਆਂ ਪੈਣੀਆਂ। ਸ਼ਾਹ ਜੀ ਇਸ ਤਰ੍ਹਾਂ ਦੇ ਬੰਦੇ ਘਰ ਬੀਵੀ ਕੋ ਮਾਰ ਖਾ ਕੇ ਕਚਹਿਰੀਆਂ ਜਾ ਕੇ ਆਪਣੇ ਮੁੰਸ਼ੀ ਨੂੰ ਪੁੱਛਦੇ ਹੁੰਦੇ, ਯਾਰ ਇੱਥੇ ਕਿਹੜੀ ਦਫਾ ਲੱਗਦੀ ਹੈ। जाने अनजाने लोग मिले माशाल्लाह। मगर कोई मिला ना अपना। ਇਹ ਕੇਸ ਲੜਦੇ ਨਾਲ ਇਹਨਾਂ ਨੂੰ ਵੇਲਾਂ ਹੁੰਦੀਆਂ ਨੇ। आस निराश के दो राहे पर दिल तो हमारा टूटा। लगता नहीं मंजी थल्लों गा रहे हैं। इस किस्मत ने ਬਹੁਤ ते मंजी थल्लों बिल्ली बोल पैंदी है। ਗੱਤ ਰਿਹਾ। ਇਹੋ ਜਿਹਾ ਵਕੀਲ ਕਿਸੇ ਦੀ ਤਲਾਕ ਕਰਾ ਕੇ ਉਸੇ ਔਰਤ ਨਾਲ ਆਪ ਵਿਆਹ ਕਰ ਲੈਂਦਾ। तेनू तो दुख ही है। मेरा नाम अरूज है। मेरा नाम जवाल है। वो इतना ना याद आया करो सो ना सके सुबह सुर्ख आँखों का सबब पूछते पुत्र कंबल ला ला तो सुबह सुर्ख आँखों। ਇਹੋ ਜਿਹੀ ਬੱਚੀ ਗਾਂਦੀ ਗਾਂਦੀ ਕੰਧ 'ਚ ਵੀ ਵੱਜ ਜਾਂਦੀ। काश तेरे इश्क में नीलाम हो जाऊं काश तेरे इश्क में नीलाम हो जाऊं। ਪੁੱਤਰ ਗਾਣਾ ਗਾਉਣਾ, ਤੂੰ ਤੇ ਗਾਣਾ ਪੜਨ ਨਹੀਂ। ਮੇਰੇ ਕਾਸ਼ ਤੇਰੇ ਇਸ਼ਕ ਮੇਰਾ ਨਾਮ ਹੋ ਜਾਵੇ, ਮੈਂ ਸੁਬਹ ਸੇ ਤੂੰ ਸ਼ਾਮ ਹੋ ਜਾऊं। ਸਾਨੂੰ ਇਹ ਇਹੋ ਜਿਹੇ ਚਾਚੇ ਤੇ ਨੂੰਹ ਨੇ ਪਰਚਾ ਕਰਾਇਆ ਹੁੰਦਾ ਵੀ ਮੇਰੇ ਪਰਸ 'ਚੋਂ ਪੈਸੇ ਕੱਢਦਾ। ਉਹ ਕਹਿੰਦੀ ਪੈਸੇ ਦਾ ਮੈਨੂੰ ਗੁੱਸਾ ਨਹੀਂ, ਸੁਰਖੀ ਕਿਉਂ ਕੱਢਦੇ ਨੇ। ਸ਼ਾਹ ਜੀ ਇਹੋ ਜਿਹੇ ਬੰਦੇ ਦੀ ਦੁਕਾਨ 'ਚ ਸੌਦਾ ਵੀ ਕੋਈ ਨਹੀਂ ਹੁੰਦਾ ਤੇ ਬਾਹਰ ਲਿਖਿਆ ਹੁੰਦਾ ਹੈ ਉਧਾਰ ਬੰਦ ਹੈ। ਦੁਨੀਆ ਵਾਲੋ तुम्हारा। ਉਹ ਚਾਚਾ ਗਾਲ ਨਾ ਕਰਦੇ ਹੀ ਇਹੋ ਜਿਹਾ ਕਹਿੰਦਾ ਦੁਨੀਆ ਵਾਲੋ ਤੁਹਾਡੀ ਪੀ। दुनिया वालो
तुम्हारी दुनिया में यूं गुजारी है जिंदगी हमने हर सितम पर फरेब खाया है लुटते देखी है हर खुशी हमने वालों और दो इमरान खान को। तुम्हारी दुनिया में ਵਾਹ ਵੇ ਇਹੋ ਜਿਹੇ ਸਿੰਧ 'ਚ ਗੱਡੀ ਚਲਾਉਂਦੇ ਗਾਉਂਦੇ ਗਾਉਂਦੇ ਜਾ ਰਹੇ ਹੁੰਦੇ ਨੇ ਦੁਨੀਆ ਵਾਲੋ ਅੱਗੇ ਖੰਭੇ 'ਚ ਵੱਜ ਕੇ ਤੁਮਾਰੀ मेरा नाम जवेरिया। मेरे पास मलेरिया है। आज फिर जीने की तमन्ना है, आज फिर मरने का इरादा है, आज फिर जीने की तमन्ना है, आज फिर मरने का इरादा है। आज फिर जीने की तमन्ना है, आज फिर मरने का इरादा है। आज सुबह से मैंने कुछ भी नहीं खादा है, इसीलिए मुझे चक्कर आता है। नाज़रीन स्टे विद अस, कहीं नहीं जाइएगा, छोटे से वक्फे के बाद वापस आते हैं। प्रोग्राम के अगले मरले में आपके लिए बहुत कुछ है। अगला सेगमेंट है शेरियात का। वेलकम बैक नाज़रीन, प्रोग्राम में दोबारा हाजिर खिदमत है जी। महा बीबी वैसे तो मैं बता चुका हूँ नाज़रीन को, मगर आप भी बताइए कि क्या है नाज़रीन के लिए सेगमेंट पे। शाजी अब बारी है हमारे बहुत ही तकलीफ दे सेगमेंट की, बहुत ही मजे के सेगमेंट शेरियात। फनकारों ने खिलाफ हलाने जंग हो गया। अम्मी को जाना, ਉਹਨੇ ਸਵੇਰ 5 ਵਜੇ ਆਉਣਾ। मेरे को सोटा होवे ना मैं माहम दे सिर च मारा। तमाम लोगों की अहोबका के बाद मुझे कह लेने दीजिए, अल जजीरा दा न्यूज़कास्टर लगन रहा। लानत है आप पे कि महम के चहचहाने से मुझे अंदाजा हो गया था क्या कि आप आज फिर वही हरकत करने जा रहे हो। क्या हरकत? शरियात वाली, जिसको सुनकर मेरे तमाम दोस्तों पर बिजलियां गिरी हैं और ये कपकपाने लगे, इनके दिल दहल गए हैं। मगर मैं इस सेगमेंट से नहीं घबराता। मैं तो आपका मशकूर हूँ, अच्छा ममनून। ओहो, क्योंकि जब आप ये सेगमेंट छेड़ते हैं तो मेरे दिल के तार छिड़ जाते हैं। अच्छा ऐसा मुझे क्या? मेरा महबूब याद आता है। कौन महबूब सरदार साहब? ओ हे माहम फलक शेर। खामोश रकीब रुसिया, फलकी कहो। फलकी फलकी फुहार पड़ रही है हल्की हल्की। फलकी चाचा हुण उन्हें याद ना करया करो, ने मुच्छां रख ली। हम उसकी मुझे पहली फुर्सत में मुंडवा देंगे। दूसरी फुर्सत चो फिर निकल आनी है। अच्छा जी, आज का जो शेर है सरदार कमाल साहब, वो फलकी पे ही है। वो कहा किसी ने अपने फलकी के लिए ही होगा। हाँ। ऐसा वो शेर है जी। और आज खास दोस्तों को ये दावत है, ये ऑफर है, ये पड़े हैं 20,000 रुपए। 20,000? बड़ी मतलब कोई इसमें यानी कि टीवी के लिए हम नहीं कर रहे, जेन्युइन जो आदमी आज इसके शायर का नाम बताएगा, इस शेर के खालिक का नाम बताएगा, ये 20,000 रुपए उसके हैं। वो चाहे तो हमें डिनर करा दे, वो एक अलग बात है, मगर ये इनाम उसका जो शायर का नाम बताएगा। लो जी, ये 20,000 जेड़ा नगद दे रहे ने ना, मैनू कसम चका लो, मेरे को किते लिखवा लो कि उस शायर नू भी नहीं पता होना कि मेरा शेर है। ऐ सोच लो 20,000 रुपया इनाम रखा जे शाह जी ने, ते शायर भी कोई 20,000 साल पुराना ही होना जे। इतनी पुरानी तो उर्दू जुबान नहीं है यार। बहरहाल ये उन शेरों में से एक शेर है, और ख़ास तौर पे वही जो दूसरा मिसरा है इसका, जो ज़रबुल मसल बन चुका है। दूसरा मिसरा इसका शायद ही कोई ऐसा आदमी हो, और नाज़रीन के लिए भी चैलेंज है, और आज ये भी चैलेंज है कि चलें गूगल भी कर लें आप गूगल भी कर लें और बताएं इस शेर के खालिक का नाम। नज़ाकत नाज़नीनों के बनाए से नहीं बनती, नज़ाकत नाज़नीनों के बनाए से नहीं बनती। नज़ाकत, जी जी, नज़ाकत नाज़नीनों के बनाए से नहीं बनती। नाजुकी, नज़ाकत, नाज़नीन,
یہ بالکل کسی شاعر نے فلکی پہ ہی کہا ہوگا۔ نزاکت نازنینوں کے بنائے سے نہیں بنتی. اور دوسرا مصرع میں آپ کو بتا رہا ہوں، آپ خود دہرائیں گے، آپ خود پڑھیں گے. نزاکت نازنینوں کے بنائے سے نہیں بنتی، خدا جب حسن دیتا ہے نزاکت آ ہی جاتی ہے. جی خدا جب حسن دیتا ہے نزاکت آ ہی جاتی ہے. اب تو 100% طے ہو گیا کیا کہ یہ شعر فلکی کے ہی لیے لکھا گیا. خدا جب حسن دیتا ہے نزاکت آ ہی جاتی ہے. مصرع کا لوچ بتا رہا ہے کہ یہ شعر فلکی کے حسن پر ہی لکھا گیا. ਉਹ ਗਰੀਬ ਮੁਲਕ ਦੇ ਟੂਰਿਸਟ ਤੇਰੇ ਫਲਕੀ ਦਾ ਨਜ਼ਾਕਤ ਦੇ ਨਾਲ ਕੀ ਤਾਲੁਕ? ਉਹ ਤੇ 2-2 ਕਿੱਲੇ ਜ਼ਮੀਨ ਵਾਹ ਲੈਂਦਾ ਹੁੰਦਾ ਸੀ ਔਰ 18 ਗੰਨੇ ਇੱਕੋ ਹੀ ਸਾਹ 'ਚ ਚੂਪ ਜਾਂਦਾ ਸੀ. اچھا جی بتائیں جی اس شعر کے خالق کا نام. نزاکت نازنینوں کے بنائے سے نہیں بنتی، خدا جب حسن دیتا ہے نزاکت آ ہی جاتی ہے. اور آپ دیکھیں کس کثرت سے اس کا استعمال ہوتا ہے، کس قدر خوبصورت مصرع ہے خاص طور پہ. اور اگین اس شعر کے ساتھ بھی وہی مسئلہ ہے کہ عام آدمی تو عام آدمی، شاعر اور ادیب بھی پورے شعر سے آشنا نہیں ہوتے. کم لوگ ایسے ہوں گے، ہماری میری اپنی کمیونٹی ہے جو شعراء کرام کی، ان میں سے بھی کم ہی لوگوں کو پورا شعر یاد ہوگا. مگر دوسرا مصرع جو ہے وہ زبان زد عام ہے. اسی طریقے سے شاعر کا نام جو ہے وہ تو میں نے بتا ہی دیا ہے کہ جو آج بوجھے گا وہ 20,000 روپے کا انعام پائے گا. شاہ جی یہ رنگ جو ہے یہ مجھے میر تقی میر صاحب کا دکھتا ہے. نہیں میر صاحب کا تو دور دور تک نہیں. نہیں میر صاحب دا شعر نہیں، کیونکہ پیسے تھوڑے نے. اگر میر صاحب دا شعر ਹੁੰਦਾ ਤੇ ਇਹਨਾਂ ਨੇ 20 ਲੱਖ ਰੁਪਇਆ ਇਨਾਮ ਰੱਖਣਾ ਸੀ ਤੇ 20 ਲੱਖ ਕਿਸੇ ਨੇ ਜਿੱਤ ਜਾਣਾ ਸੀ ਤੇ ਇਹਨਾਂ ਨੇ ਕਹਿਣਾ ਸੀ ਮੀਰ ਸਾਹਿਬ ਮੈਨੂੰ ਤੇ ਕਿਸੇ ਜੋਗਾ ਨਹੀਂ ਜੇ ਛੱਡਿਆ. ਤੇ ਨਾਲ ਇਹਨਾਂ ਨੇ ਸ਼ੇਰ ਪੜ੍ਹਨਾ ਸੀ, ਸਰਾਨੇ ਵਸੀ ਕੇ ਆਜ ਤਾਂ ਬੋਲੋ ਅਭੀ 20 ਲੱਖ ਹਾਰ ਕੇ ਸੋ ਗਿਆ ਹੈ. سرحانے میر کے آہستہ بولو، کیا کہنے. سرحانے میر کے آہستہ بولو ابھی ٹک روتے روتے سو گیا. یہی شعر میرے فلکی نے ایک نازک موقع پر مجھے سنایا تھا. ਉਹ ਸੌਂਦਾ ਸਖਤ ਜਗ੍ਹਾ ਤੇ ਸੀ, ਨਾਜ਼ੁਕ ਮੌਕਾ ਕਿੱਥੋਂ ਆ ਗਿਆ? ਸ਼ਾਹ ਜੀ ਨਾਲੇ ਬੰਦਾ ਇਹਨਾਂ ਨੂੰ ਪੁੱਛੇ ਵੀ ਨਾਜ਼ੁਕ ਮੌਕੇ ਤੇ ਸ਼ੇਰ ਯਾਦ ਰਹਿੰਦਾ. ਆਇਆ ਸੀ ਉਹਦੀ ਜ਼ਿੰਦਗੀ 'ਚ ਇੱਕ ਨਾਜ਼ੁਕ ਮੌਕਾ ਜਦੋਂ ਛਾਪਾ ਵੱਜਾ ਸੀ. گریانے والے تم کیا جانو عشق کیا ہے اور عشق میں راتوں کا جاگنا کیا. فلکی نے کہا تھا کہ سرحانے فلکی کے آہستہ بولو، سرحانے فلکی کے آہستہ بولو اچھا ابھی ٹھمکے لگا کے سو گیا. چھوڑے دے وقفے کے بعد واپس آتے ہیں. پروگرام کے اگلے مرحلے میں آپ کے لیے بہت کچھ ہے، اور جب واپس آئیں گے تو آپ کے ساتھ شیئر کریں گے کہ اس شعر کا خالق کون ہے. نزاکت نازنینوں کے بنائے سے نہیں بنتی، نزاکت نازنینوں کے بنائے سے نہیں بنتی، خدا جب حسن دیتا ہے نزاکت آ ہی جاتی ہے. اور آپ چاہیں تو گوگل کر کے بھی چیک کر لیں. چھوٹے سے وقفے کے بعد واپس آتے ہیں. ویلکم بیک ناظرین، پروگرام میں دوبارہ حاضر خدمت ہے. شاہ جی ہمارا سیگمنٹ چل رہا تھا شعریات، اور ہم وہ جو شعر ہے نزاکت نازنینوں کے بنائے سے نہیں بنتی، خدا جب حسن دیتا ہے نزاکت آ ہی جاتی ہے. جی ہم اس کے خالق کو تلاش کرنے کی کوشش کر رہے تھے، لیکن انفارچونیٹلی ہمیں کسی کو بھی اس کے خالق کا پتہ نہیں چل پا رہا، جس پر آپ نے 20,000 روپے کا انعام بھی رکھا ہوا ہے. گوگل نے بلکہ ایک کو لکھی ہے کہ 20,000 میرے کو لو تو مینوں بھی دسو. ਚਾਂਦ ਤੂੰ ਬਿਲਕੁਲ ਠੀਕ ਕਹਿ ਰਹੇ ਆ. ਸ਼ਾਹ ਜੀ ਔਰ ਇਮਰਾਨ ਖਾਨ ਦੀ ਜੇਬ ਵਿੱਚੋਂ ਪੈਸੇ ਕਢਾਣਾ ਇੰਜੀ ਸਮਝ ਲੈ ਕਿ ਸੱਪ ਦੀ ਖੋਡੀ ਚੋਂ ਹੀਰਾ ਕੱਢਣਾ. دوستو اگر آپ چاہتے ہیں کہ اس شعر کے خالق کا پتہ چل جائے تو آپ فلکی کو تلاش کر لو. ان کی نن فلکی جانتا ہوں گا کہ اس شعر کا خالق کون ہے. شاہ جی کماد ਵੱਢਿਆ ਜਾਣਾ ਤੇ ਆਪੇ ਫਲਕੀ ਲੱਭ ਜਾਣਾ. وسیع ایک دن اس نے میرے کان میں سرگوشی کرتے ہوئے کہا، میرے ڈانس دی کمائی کھائی ہے نا، مینوں موت دے خوہ چوں کڈ کے لے جا. ਕੱਢ ਕੇ ਕਿੱਥੇ ਲੈ ਜਾ, ਘਰ ਵੇਚ ਕੇ ਤੇ ਮੈਂ ਤੇਰੇ ਤੇ ਲਾ ਬੈਠਾ. سن لیا آپ نے سب کی بکواس. اچھا
کیا کہا تھا فلکی نے؟ کہہ رہا تھا کہ جبر آپ کے کا کان میں؟ موسم کب بدلے گا؟ اچھا جبر کا موسم جبر کا موسم کب بدلے گا؟ کہاں کا مصرع کہاں جوڑ دیا آپ نے؟ جبر کا موسم کب بدلے گا؟ اچھا میں نے کہا فلکی جب ہم بدلیں گے تب بدلے گا۔ بہت رویا، آپ کا پوچھتا رہا۔ نزاکت نازنینوں کے بنائے سے نہیں بنتی، خدا جب حسن دیتا ہے نزاکت آ جاتی ہے۔ بتائیے اس شعر کے شاعر کا نام؟ شاہ جی میرا یہ خیال ہے کہ یہ شعر بزم اکبر آبادی صاحب کا ہے۔ نہیں قطعی نہیں، بزم صاحب سے اس شعر کا کوئی دور دور تک تعلق نہیں ہے۔ پھر یہ جوش ملی آبادی صاحب کا ہے؟ بالکل بھی نہیں۔ شاہ جی جوہر فروخ آبادی صاحب؟ نہیں، جوہر فروخ آبادی صاحب کا بھی یہ شعر نہیں ہے۔ حیرت الہی آبادی صاحب کا تو کنفرم یہ شعر ہے۔ خدا جب حسن دیتا ہے نزاکت آ ہی جاتی ہے، نزاکت نازنینوں کے بنائے سے نہیں بنتی، اس شعر کا حیرت صاحب سے بھی کوئی تعلق نہیں ہے۔ شاہ جی پھر یہ شعر ریاض خیر آبادی صاحب کا ہے؟ آئے ہائے کیا اچھے شاعر تھے ریاض خیر آبادی صاحب، مگر یہ شعر ریاض خیر آبادی صاحب کا بھی نہیں ہے۔ اچھا چلتے چلتے آپ کو ریاض خیر آبادی صاحب کا ایک شعر سناتا چلوں۔ عنایت ہو۔ اور کہا جاتا ہے کہ یعنی کہ جام اور میں پر میں نوشی پر بہت ہی خوبصورت جن شعراء کرام نے اشعار کہے ہیں یہ ان میں سے ایک ہیں، لیکن کہتے ہیں کہ زندگی بھر انہوں نے کبھی جام کو ہاتھ نہیں لگایا تھا۔ زندہ باد۔ جام ہے توبہ شکن توبہ میری جام شکن، جام ہے توبہ شکن توبہ میری جام شکن، سامنے ڈھیر ہیں ٹوٹے ہوئے پیمانوں کے۔ اب آپ دیکھیں استاد کا انداز کہ پیمانوں کو کیسے انہوں نے، کہ وعدے والا پیمان بھی اور جو پیمانہ ہوتا ہے اس کو بھی کس طریقے سے انہوں نے استعمال کیا ہے۔ جام ہے توبہ شکن توبہ میری جام شکن، سامنے ڈھیر ہیں ٹوٹے ہوئے پیمانوں کے۔ دل باغ باغ ہو گیا۔ شاہ جی اگر یہ ریاض صاحب کا بھی شعر نہیں ہے بالکل نہیں ہے تو پھر یہ سیماب اکبر آبادی کا شعر ہے۔ آئے ہائے سیماب صاحب بھی کمال کے شاعر تھے، مگر یہ سیماب اکبر آبادی صاحب کا بھی شعر نہیں ہے۔ شاہ جی پھر یہ صبا اکبر آبادی کا شعر ہے؟ نہیں، یہ صبا صاحب کا بھی شعر نہیں ہے۔ شاہ جی پھر فروغ بہبود آبادی کا شعر نہیں، یہ ان کا بھی شعر نہیں ہے۔ شاہ جی پھر یہ استاد داغ کا شعر ہوگا؟ نہیں دیکھیں یہ مطلب استاد داغ کا بھی یہ شعر نہیں ہے ہی نہیں، مطلب میں تو رنگ دیکھ رہا تھا لیکن استاد داغ کا بھی یہ شعر نہیں ہے۔ پھر یہ امیر مینائی صاحب کا شعر ہے؟ ہائے ہائے امیر مینائی صاحب سے یاد آیا، ویسے ان کا شعر نہیں ہے لیکن امیر مینائی صاحب پہ بھی ہم نے ان کے بھی کچھ اشعار کیے تھے، یاد ہے آپ کو؟ یاد ہے۔ آنکھیں دکھلاتے ہو جوبن تو دکھاؤ صاحب۔ ہاں ایک پر یہ بھی کہا تھا میں نے فلکی سے، آنکھیں دکھلاتے ہو جوبن تو دکھاؤ فلکی۔ فلکی کمیز لا کے ڈولے بخاؤ لگا۔ آنکھیں دکھلاتے ہو جوبن تو دکھاؤ صاحب، وہ الگ باندھ کے رکھا ہے جو مال اچھا ہے۔ یہ امیر مینائی صاحب کا ہے، مگر یہ شعر جو آج ہم ڈسکس کر رہے ہیں جس کا مصرع ہے کہ خدا جب حسن دیتا ہے نزاکت آ ہی جاتی ہے، یہ امیر مینائی صاحب کا نہیں ہے۔ شاہ جی اگر یہ امیر مینائی کا نہیں ہے تو میری تائی کا بھی نہیں ہے۔ اچھا دیکھیں چونکہ امیر مینائی صاحب کا ذکر چھڑ گیا ہے، کیا اچھے شاعر تھے امیر مینائی صاحب، استاد داغ کا اور ان کا ایک ہی عہد تھا، تقریباً 2-4 برس آگے پیچھے دونوں کی پیدائش ہے اور تقریباً 2-4 برس آگے پیچھے ہی دونوں کی وفات بھی ہوئی۔ 1829 میں لکھنؤ میں امیر مینائی صاحب پیدا ہوئے اور 1900 میں سن 1900 میں حیدرآباد دکن میں ان کا انتقال ہوا، اور غدر کے موقع پر جب 1857 کی جنگ آزادی ہوئی ہے اس میں جو لوگ برباد ہوئے دربدر ہوئے، امیر مینائی اور ان کا خانوادہ بھی ان میں شامل تھا، اور اس کے بڑے اثرات جو ہیں وہ ان کی شاعری پہ دیکھے جا سکتے ہیں۔ امیر صاحب کا شعر دیکھیے کہ اپنی محفل سے ابس ہم کو اٹھاتے ہیں حضور، اپنی محفل سے ابس ہم کو اٹھاتے ہیں حضور، چپ کے بیٹھے ہیں الگ آپ کا کیا لیتے ہیں، چپ کے بیٹھے ہیں الگ آپ کا کیا لیتے ہیں۔ مگر جو غزل کے جو اشعار ہے، خاص جو غزل کا مزاج ہے وہ جسے کہیے کہ جن شعراء کرام کے ہاں عروج پہ نظر آتا ہے، امیر مینائی ان میں سے ایک ہے۔ خاص غزل، وہ جو اصل غزل کا مفہوم ہے نا، عورتوں سے باتیں کرنا، اس کی پیک آپ کو نظر آتی ہے امیر مینائی کے ہاں۔ شعر دیکھیے، ابھی کم سن ہے ضدیں بھی ہیں نرالی ان کی۔ بالکل میرے فلکی کی طرح۔ فلکی تے میلے جو ایڈا قتلما کھا جاندہ سی۔ ابھی کم سن ہے
ضدیں بھی ہیں نرالی ان کی، اس پہ مچلے ہیں کہ ہم درد جگر دیکھیں گے. اللہ رے سادگی نہیں اتنی انہیں خبر، اللہ رے سادگی نہیں اتنی انہیں خبر، میت پہ آ کے پوچھتے ہیں ان کو کیا ہوا. لوٹ لیا آپ نے، لوٹ لیا. فلکی کا بھی بالکل ایسا ہی مزاج تھا. اچھا، فلائنگ کک مار کے پوچھتا تھا تکلیف تو نہیں. اور وہ جو آپ لوگوں نے سن رکھی ہوگی، سرکتی جائے ہے رخ سے نقاب، آہستہ آہستہ نکلتا آ رہا ہے آفتاب، آہستہ. یہ بھی امیر مینائی صاحب کی غزل ہے. وہ بے دردی سے سر کاٹے امیر اور میں کہوں ان سے حضور آہستہ آہستہ جناب آہستہ آہستہ. یہ امیر مینائی صاحب کی غزل ہے. ملاقات ہو سکتی ان سے تو شعروں میں ہی ہو سکتی ہے. جمع ہونے لگے جب وہ تو ہم سے کر لیا پردہ. وہی فلکی والی یاد تھے. وہ تو پردہ کرتا نہیں، تو منجی کھڑی کر کے نہ لینا سی. جمع ہونے لگے جب وہ تو ہم سے کر لیا پردہ. اور آپ دیکھیں کہ کیا استعمال کیا ہے یکلخت کا اس شعر میں. شاید ہی اردو شاعری کی تاریخ میں یکلخت کا، اس لفظ کا ایسا خوبصورت استعمال کسی اور شاعر نے کیا ہو. جمع ہونے لگے جب وہ تو ہم سے کر لیا پردہ، حیا یکلخت آئی اور شباب آہستہ آہستہ. جی شاہ جی پوری دنیا جان دے شعر سنا دیتے تھے، اب پھٹے تھلے 20,000 والا شاعر بھی کٹو. اچھا جی، میں اب آپ کو بتاتا ہوں کہ معاملہ کیا ہے. یہ جو شعر ہے کہ نزاکت نازنینوں کے بنائے سے نہیں بنتی، نزاکت نازنینوں کے بنائے سے نہیں بنتی، خدا جب حسن دیتا ہے نزاکت آ ہی جاتی ہے. اردو تاریخ میں جتنی بھی تحقیق ہوئی ہے، جو یعنی کہ بہت ہی سنجیدہ اور اعلیٰ پائے کے محققین ہیں، ان کو کہیں اس شعر کے شاعر کا نام اور کھرا نہیں ملتا ہے کہ اس شعر کہ کب یہ اردو شاعری کی تاریخ میں داخل ہوا، کب سے کوٹ ہونا شروع ہوا اور کب سے اس نے مقبولیت اختیار کر لی. اور خاص طور پہ جو دوسرا مصرع ہے کہ خدا جب حسن دیتا ہے نزاکت آ ہی جاتی ہے، یہ کب ضرب المثل کی شکل اختیار کر گیا، کوئی اس کا سراغ جو ہے وہ نہیں ملتا ہے. مختلف جو تذکرے ہیں، مختلف شعراء کرام کی جو تصانیف ہیں، جو خطوط ہیں، ان میں بھی کہیں کوئی دور دور تک اس کا سراغ نہیں ملتا، اس کا پتہ نہیں ملتا کہ یہ شاعر بنیادی طور پر کس نے تخلیق کیا تھا. بعض اوقات ایسا ہوتا ہے کہ نجی محفل میں دوست احباب ایک دوسرے کو کچھ شعر سناتے ہیں اور وہ اشعار کتاب میں درج ہونے سے، یہ چھپنے سے رہ جاتے ہیں، مگر شعراء کرام کے حلقے جو ہیں وہ ضرور آشنا ہوتے ہیں کہ کون سا شعر کس نے کہا تھا. اگر وہ گمنام بھی ہو تو بعض اوقات عام آدمیوں کے لیے گمنام ہوتا ہے، پبلک کے لیے گمنام ہوتا ہے، مگر شاعر حضرات جانتے ہیں. مطلب بہت سارے ایسے فراز صاحب کے شعر ہیں، دیگر ہمارے احباب کے شعر ہیں جو چھپے ہوئے نہیں ہیں، مگر ہم جانتے ہیں کہ شعر فراز صاحب نے کہا تھا، یا خاطر غزنوی نے کہا تھا، یا جون صاحب نے کہا تھا. مگر اس شعر کے حوالے سے کہ نزاکت ناز نینوں کے بنائے سے نہیں بنتی، خدا جب حسن دیتا ہے نزاکت آ ہی جاتی ہے، کوئی سراغ نہیں ملتا کہ یہ شعر کس نے کہا، کب کہا، کیوں کہا، کہاں کہا. شاہ جی مینوں تے لگدا ہے شعر 6 اگست 1945 ਚ ਲਿਖਿਆ ਗਿਆ. کیا مطلب؟ ہیروشیما دے وچ جدوں ایٹم بم وجہ سارا ریکارڈ سڑ گیا ہوئے. ناظرین یہ تھا آج کا شو، اجازت دیجیے، اللہ حافظ.